ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਨੇ ਸ਼ਬਦਾਂ ਦੇ ਬੋਧ ਨੂੰ, ਸ਼ਬਦਾਂ ਦੇ ਗਿਆਨ ਨੂੰ ਸਮਝਣ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈਗਾ, ਤਾਂ ਜੋ ਸਾਨੂੰ ਹੈ ਨਾ ਸ਼ਬਦ ਦਾ ਗਿਆਨ, ਕਿਸੇ ਅੱਖਰ ਦਾ, ਕਿਸੇ ਭਾਵ ਦਾ ਸਾਨੂੰ ਪਤਾ ਜਿਹੜਾ ਹੈ ਨਾ ਉਹ ਸਹਿਜ ਦੇ ਵਿੱਚ ਚੱਲ ਸਕੇ, ਤਾਂ ਜੋ ਸਾਡੀ ਹੈ ਨਾ ਗੁਰਬਾਣੀ ਦੇ ਵਿੱਚ ਜੋ ਅਰਥਾਂ ਦੇ ਪ੍ਰਤੀ ਸਾਡੀ ਵਿਚਾਰ ਉਹ ਅੰਦਰ ਫੁਰਨਾ ਹੈਗਾ, ਉਸ ਫੁਰਨੇ ਦੇ ਵਿੱਚ ਸਾਡੀ ਵਿਚਾਰ ਦੇ ਵਿੱਚ ਸਾਨੂੰ ਸਿੱਧੇ ਤੌਰ 'ਤੇ ਸਹਾਇਤਾ ਮਿਲ ਸਕੇ। ਸੋ ਇੱਕ ਤਿਲ ਮੱਤਰ ਜਿਹੜਾ ਉਪਰਾਲਾ ਹੈਗਾ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਅਸੀਂ ਆਮ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ, ਸੋ ਨਾਮ ਜਪਣ ਤੋਂ ਜੋ ਸਿੱਧੀ ਮੁਰਾਦ ਹੁੰਦੀ ਹੈ ਨਾ ਉਹ ਇਹ ਹੀ ਹੁੰਦੀ ਆ ਕਿ ਪ੍ਰਾਣੀ ਨੇ ਆਪਣਾ ਕਾਰਜ ਆਪ ਸਵਾਰਨਾ ਹੈਗਾ। ਸੋ ਗੁਰੂ ਦਾ ਕੰਮ ਕੇਵਲ ਤੇ ਕੇਵਲ ਆਪਣੇ ਜਗਿਆਸੂ ਨੂੰ ਰਸਤਾ ਦੇਣਾ ਹੈਗਾ, ਉਹਨੂੰ ਉਹ ਨਕਸ਼ਾ ਦਿਖਾ ਦੇਣਾ ਕਿ ਭਾਈ ਤੂੰ ਇਸ ਤਰ੍ਹਾਂ ਅਗਰ ਚੱਲੇਂਗਾ ਤਾਂ ਤੂੰ ਇਸ ਮਾਰਗ 'ਤੇ ਪਹੁੰਚ ਸਕਦਾ ਹੈ। ਸੋ ਗੁਰਸਿੱਖ ਨੇ ਵਾਹਿਗੁਰੂ ਨਾਮ ਜਪਣਾ ਹੈਗਾ, ਅਤੇ ਵਾਹਿਗੁਰੂ ਨਾਮ ਜਪਣ ਦਾ ਜਿਹੜਾ ਉਹਨੂੰ ਫਲ ਮਿਲੇਗਾ ਉਹ ਇਹ ਹੈ ਕਿ ਉਹਨੂੰ ਆਪਣੇ ਕਾਰਜ ਦੇ ਵਿੱਚ ਜੋ ਉਹਨੇ ਆਪਣਾ ਕਾਰਜ ਆਪ ਸਵਾਰਨਾ ਹੈ ਨਾ ਉਹਦੇ ਵਿੱਚ ਉਹਨੂੰ ਗੈਵੀ ਸਹਾਇਤਾ ਪ੍ਰਾਪਤ ਹੋਵੇਗੀ। ਸੋ ਅਗਲਾ ਇੱਕ ਸ਼ਬਦ ਹੈ ਦੁਵਿਧਾ। ਆਮ ਕਰਕੇ ਗੁਰਬਾਣੀ ਦੇ ਅੰਦਰ ਦੁਵਿਧਾ ਦਾ ਜਿਹੜਾ ਹੈ ਨਾ ਜੋ ਅੱਖਰ ਹੈਗਾ, ਜੋ ਵਿਚਾਰ ਹੈਗੀ ਬਹੁਤ ਵਾਰੀ ਆਈ ਹੈ। ਸੋ ਦੁਵਿਧਾ ਦਾ ਭਾਵ ਸਿੱਧੇ ਤੌਰ 'ਤੇ ਇਹ ਬਣਦਾ ਹੈਗਾ ਕਿ ਨਾਲੇ ਤਾਂ ਜਿਹੜੀ ਹੈ ਨਾ ਮਾਇਆ ਨੂੰ ਚਿਤਾਰਨਾ ਹੈਗਾ, ਅੰਦਰ ਮਾਇਆ ਦਾ ਚਿਤਵਰਨ ਕਰਨਾ ਹੈਗਾ, ਅਤੇ ਨਾਲੇ ਨਾਮ ਰਸਨਾ ਦੇ ਨਾਲ ਨਾਮ ਜਪਣ ਦਾ ਦਿਖਾਵਾ ਕਰਨਾ ਹੈਗਾ। ਭਾਵ ਕੀ ਹੈ, ਨਾਮ ਜਪਣ ਦਾ ਦਿਖਾਵਾ ਵੀ ਕਰਨਾ ਅਤੇ ਮਾਇਆ ਵੀ ਅੰਦਰ ਜਿਹੜੀ ਚਿੱਤ ਬਣੀ ਹੈ, ਇਹ ਜਿਹੜੀ ਸਥਿਤੀ ਅੰਦਰ ਬਣਦੀ ਹੈ ਨਾ ਦੋਗਲਾਪਨ ਹੈ, ਇਹਨੂੰ ਆਮ ਕਰਕੇ ਅਸੀਂ ਦੁਵਿਧਾ ਆਖ ਦਿੰਦੇ ਹਾਂ। ਇਸ ਤਰ੍ਹਾਂ ਇੱਕ ਲਫ਼ਜ਼ ਆਉਂਦਾ ਹੈ ਲਿਵ। ਹੁਣ ਜਿਹੜਾ ਲਿਵ ਹੈ, ਲਿਵ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਰਸ ਲਗਨ, ਇੱਕ ਨਾਮ ਦੀ ਅਵਿਰਲ ਅਵਸਥਾ ਹੈਗੀ ਆ ਜਿਹੜੀ ਵਾਹਿਗੁਰੂ ਵਿੱਚ ਲੱਗ ਕੇ ਹੈ ਨਾ ਚਿੱਤ ਬਿਰਤੀ ਦੀ ਜਿਹੜੀ ਅੰਦਰ ਅਵਿਰਲਤਾ ਹੈਗੀ ਆ, ਉਸ ਅਵਿਰਲਤਾ ਨੂੰ ਜਿਹੜੀ ਹੈ ਨਾ ਉਹ ਵਾਹਿਗੁਰੂ ਦੇ ਨਾਲ ਜੋੜਦੀ ਹੈਗੀ ਆ, ਇਹਨੂੰ ਲਿਵ ਆਖ ਦਿੰਦੇ ਆ। ਸੋ ਇੱਕ ਵਿਚਾਰ ਗੁਰਬਾਣੀ ਦੇ ਅੰਦਰ ਆਮ ਕਰਕੇ ਅਸੀਂ ਦੇਖਦੇ ਹਾਂ ਜਿਹੜਾ ਸ਼ਬਦ ਆਉਂਦਾ ਹੈ ਅਕਥ ਕਥਾ। ਸੋ ਜਿਵੇਂ ਬਾਣੀ ਦਾ ਲਫ਼ਜ਼ ਅਕਥ ਕਥਾ ਤਾਂ ਕੀ ਬਾਤ ਸੁਣੀ। ਸੋ ਅਕਥ ਕਥਾ ਕੀ ਹੁੰਦੀ ਆ, ਭਾਵ ਕੀ ਆ ਮਨ ਬਾਣੀ ਦੀ ਪਕੜ ਤੋਂ ਪਰੇ, ਉਹ ਗੱਲ ਜਿਹੜੀ ਮਨ ਬਾਣੀ ਦੀ ਪਕੜ ਤੋਂ ਪਰੇ ਹੋਵੇ। ਕਹਿਣ ਤੋਂ ਭਾਵ ਇਹ ਆ ਕਿ ਉਸ ਗੱਲ ਨੂੰ ਸੁਣਦੇ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਆ, ਲੇਕਿਨ ਸਾਡੀ ਜਿਹੜੀ ਨਾ ਸਮਝ ਬੁੱਧੀ ਵਿੱਚ ਹੈ ਉਹ ਕਿਸੇ ਹੋਰ ਤਰੀਕੇ ਨਾਲ ਗੱਲ ਆਉਂਦੀ ਆ। ਪਰ ਜਦੋਂ ਅਸੀਂ ਕਿਸੇ ਨੂੰ ਸਮਝਾਉਣਾ ਹੋਵੇ ਹੈ ਨਾ ਅਤੇ ਉਹ ਕਹਿਣ ਸੁਣ ਤੋਂ ਪਰੇ ਰਹਿੰਦੀ ਹੈਗੀ ਆ। ਭਾਵ ਕੀ ਆ, ਜੋ ਅਸੀਂ ਕਹਿਣਾ ਸਮਝਾਉਣਾ ਹੋਵੇ ਉਸ ਸਮਝਣ ਤੋਂ ਵੀ ਉਹ ਚੀਜ਼ ਪਰੇ ਹੁੰਦੀ ਆ, ਇਸ ਨੂੰ ਅਕਥ ਕਥਾ ਆਖ ਦਿੰਦੇ ਆ। ਸੋ ਅੱਗੇ ਇੱਕ ਸ਼ਬਦ ਹੈ ਜਿਹਦਾ ਅਸੀਂ ਹੈ ਨਾ ਕਿਰਪਾ ਆਖਦੇ ਹਾਂ। ਗੁਰਬਾਣੀ ਅੰਦਰ ਕਿਰਪਾ ਅੱਖਰ ਜਿਹੜਾ ਹੈ ਨਾ ਬਹੁਤ ਵਾਰੀ ਆਇਆ ਕਿ ਕਿਰਪਾ ਕਟਾਸ਼ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਸੋ ਕਿਰਪਾ ਜਿਹੜੀ ਅਸਲ ਦੇ ਵਿੱਚ ਹੁੰਦੀ ਹੈ ਨਿੱਜ ਹਜ਼ੂਰੀ। ਇਹ ਜਿਹੜੀ ਨਿੱਜ ਹਜ਼ੂਰੀ ਹੁੰਦੀ ਹੈ ਨਾ, ਇਸ ਨਿੱਜ ਹਜ਼ੂਰੀ ਦੇ ਵਿੱਚ ਵਾਹਿਗੁਰੂ ਜੀ ਦਾ ਜਿਹੜਾ ਭਾਵ ਹੈ ਨਾ ਉਹ ਆਪਣਾ ਆਪ ਹਾਜ਼ਰ ਹੁੰਦਾ ਹੈਗਾ, ਇਸ ਨੂੰ ਕਿਰਪਾ ਆਖ ਦਿੰਦੇ ਆ। ਇੱਕ ਗੁਰਬਾਣੀ ਦੇ ਵਿੱਚ ਜਿਹੜਾ ਹੈਗਾ ਉਹ ਸ਼ਬਦ ਬਹੁਤ ਵਾਰੀ ਆਉਂਦਾ ਜਿਹਨੂੰ ਅਸੀਂ ਸਾਵਧਾਨ ਆਖ ਦਿੰਦੇ ਹਾਂ ਕਿ ਸਾਵਧਾਨਤਾ ਜਿਹੜੀ ਹੈ ਨਾ ਬਹੁਤ ਜ਼ਿਆਦਾ ਗੁਰਬਾਣੀ ਦੇ ਵਿੱਚ ਮੰਨੀ ਗਈ ਹੈ। ਸੋ ਸਾਵਧਾਨ ਕਿਹ ਤੋਂ ਹੋਣਾ ਹੈਗਾ। ਸੋ ਸਾਵਧਾਨ ਤੋਂ ਭਾਵ ਹੈਗਾ ਕਿ ਮਨ ਦਾ ਕਦੀ ਵਸਾਹ ਨਹੀਂ ਕਰਨਾ ਹੈਗਾ। ਭਾਵ ਕੀ ਹੈ, ਮਨ ਜਿਹੜਾ ਹੈ ਨਾ ਇਹ ਬਹੁਤ ਚੁਸਤ ਅਕਲ ਅਤੇ ਚਤਰਾਈ ਵਾਲਾ ਇਸ ਮਨੁੱਖ ਦੇ ਅੰਦਰ ਇੱਕ ਐਸਾ ਭਰਮ ਦਾ ਗੋਲਾ ਹੁੰਦਾ, ਇਹਦਾ ਕਦੀ ਵਸਾਹ ਨਹੀਂ ਕਰਨਾ ਹੈਗਾ। ਕਿਉਂਕਿ ਮਨ ਜਿਹੜਾ ਹੈ ਨਾ ਜਦੋਂ ਕਿਸੇ ਖੋਟ ਵੱਲ ਤੁਰ ਪਵੇ ਬਸ ਸਮਝ ਲਓ ਉਸੇ ਟਾਈਮ ਇਹ ਗਿਆਨ ਤੋਂ ਡਿੱਗ ਪੈਂਦਾ ਹੈਗਾ। ਇਸ ਕਰਕੇ ਮਨ ਦੀ ਚਤਰਾਈ ਨੂੰ, ਮਨ ਦੀ ਸਿਆਣਪ ਨੂੰ ਚੰਗੀ ਤਰ੍ਹਾਂ ਸਮਝਣਾ ਹੈਗਾ ਅਤੇ ਆਪਣੇ ਮਨ ਨੂੰ ਵਾਹਿਗੁਰੂ ਸ਼ਬਦ ਦੇ ਵਿੱਚ ਜੋੜ ਕੇ ਰੱਖਣਾ ਹੈਗਾ, ਤਾਂ ਜੋ ਮਨ ਦੀ ਜਿਹੜੀ ਚੰਚਲਤਾ ਦਾ ਭਾਵ ਹੈ ਨਾ ਉਹ ਸਾਡੇ ਅੰਦਰ ਸਮਝ ਆ ਜਾਵੇ। ਸੋ ਅੱਗੇ ਇੱਕ ਸ਼ਬਦ ਵਿਚਾਰ ਆਉਂਦਾ ਹੈ, ਉਹ ਹੈ ਵਿਕਾਰ। ਵਿਕਾਰ ਜਿਹੜਾ ਅੱਖਰ ਹੈ, ਸ਼ਬਦ ਹੈ, ਇਹ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ। ਸੋ ਵਿਕਾਰ ਤੋਂ ਭਾਵ ਹੈਗਾ ਕਿ ਵਾਸ਼ਨਾ ਦੀ ਪੂਰਤੀ ਲਈ ਜੋ ਮਾੜੇ ਕੰਮ ਕਰਦੇ ਹਾਂ
ਉਹਨਾਂ ਨੂੰ ਬਕਾਰ ਆਖਦੇ ਆ। ਭਾਵ ਕੀ ਹੈ ਕਿ ਸਾਡੀ ਜਿਹੜੀ ਵਾਸ਼ਨਾ ਹੈਗੀ ਆ, ਇਹਦੀ ਪੂਰਤੀ ਵਾਸਤੇ ਜੋ ਕੰਮ ਕਰਦੇ ਆ, ਆਮ ਕਰਕੇ ਇਹਨੂੰ ਅਸੀਂ ਸਿੱਧੇ ਤੌਰ 'ਤੇ ਬੇਕਾਰ ਆਖ ਦਿੰਦੇ ਹਾਂ। ਸੋ ਇੱਕ ਲਫ਼ਜ਼ ਹੈ ਕੱਚ। ਗੁਰਬਾਣੀ ਦੇ ਵਿੱਚ ਜਿਹੜਾ ਨਾ ਕੱਚ ਸ਼ਬਦ ਆਇਆ, ਇਹਦਾ ਭਾਵ ਕੀ ਹੁੰਦਾ ਹੈਗਾ ਕਿ ਬਿਨਾਂ ਅਮਲੀ ਜੀਵਨ ਤੋਂ ਜਵਾਨੀ ਗਿਆਨ ਧਿਆਨ ਘੋਟਣਾ ਜਿਹੜਾ ਹੈ ਨਾ, ਇਹਦੇ ਨਾਲ ਕੀ ਹੁੰਦਾ ਹੈ, ਇਹਦੇ ਨਾਲ ਅੰਦਰ ਜੀਵ ਦੇ ਅੰਧਕਾਰ ਹੀ ਬਣਿਆ ਰਹਿੰਦਾ ਹੈਗਾ। ਸੋ ਇਸ ਨੂੰ ਕੱਚ ਆਖਦੇ ਆ। ਜਿਵੇਂ ਬਾਬੇ ਨੇ ਕਹਿੰਦੇ ਕੱਚ ਪਕਾਈ ਉੱਥੇ ਪਾਏ। ਸੋ ਕੱਚ ਤੋਂ ਭਾਵ ਇਹ ਹੈ ਕਿ ਬਿਨਾਂ ਅਮਲੀ ਜੀਵਨ ਤੋਂ ਕੇਵਲ ਅਤੇ ਕੇਵਲ ਜਵਾਨੀ ਗਿਆਨ ਧਿਆਨ ਘੋਟਣਾ ਹੈਗਾ। ਜਿਵੇਂ ਗੁਰਬਾਣੀ ਨੇ ਆਖਿਆ ਹੈਗਾ ਕਿ ਗੱਲੀ ਜੋਗ ਨਾ ਹੋਏ, ਬਸ ਉਹੀ ਭਾਵ ਜਿਹੜਾ ਹੈ ਨਾ ਉਹ ਕੱਚ ਦਾ ਹੈਗਾ। ਅੱਗੇ ਸ਼ਬਦ ਇੱਕ ਆਉਂਦਾ ਹੈਗਾ ਆਸਾਵੰਤ। ਹੁਣ ਜਿਹੜਾ ਆਸਾਵੰਤ ਹੋਣਾ ਹੈ ਨਾ, ਅਸਲ ਦੇ ਵਿੱਚ ਕੀ ਹੁੰਦਾ ਹੈਗਾ, ਇੱਕ ਹਜ਼ੂਰੀ ਦੀ ਜਿਹੜੀ ਹੈ ਨਾ ਸੰਗਿਆ ਹੈਗੀ ਆ ਕਿ ਹਮੇਸ਼ਾ ਆਸਬੰਦ ਰਹਿਣਾ ਹੈਗਾ। ਜਿਵੇਂ ਗੁਰਬਾਣੀ ਵਿੱਚ ਬਾਬੇ ਫਰੀਦ ਜੀ ਨੇ ਆਖਿਆ ਕਿ ਫਰੀਦਾ ਕਾਂਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੋ ਪਿਰ ਦੇਖਣ ਕੀ ਆਸ। ਸੋ ਹਮੇਸ਼ਾ ਆਸਬੰਦ ਰਹਿਣਾ ਇਹ ਕੀ ਹੈ, ਇਹ ਇੱਕ ਹਜ਼ੂਰੀ ਦੀ ਜਿਹੜੀ ਹੈ ਨਾ ਇਹ ਸੰਗਿਆ ਮੰਨੀ ਜਾਂਦੀ ਆ। ਇੱਕ ਗੁਰਬਾਣੀ ਵਿੱਚ ਲਫ਼ਜ਼ ਆਉਂਦਾ ਹੈ ਸਹਿਜ ਅਵਸਥਾ। ਸੋ ਸਹਿਜ ਅਵਸਥਾ ਕੀ ਉਹ ਆ ਕਿ ਪ੍ਰਭੂ ਦੇ ਵਿੱਚ ਸੁੱਤੇ ਸਿੱਧ ਜਿਹੜਾ ਹੈ ਨਾ ਧਿਆਨ ਵਾ ਉਹ ਲੱਗੇ ਰਹਿਣਾ ਹਰ ਟਾਈਮ। ਇਹਨੂੰ ਹੈ ਨਾ ਸਹਿਜ ਅਵਸਥਾ ਆ ਜਾਂਦੀ ਹੈ ਕਿ ਉਹ ਧਿਆਨ ਜਿਹੜਾ ਬਿਨਾਂ ਕਿਸੇ ਯਤਨ ਤੋਂ ਸੁੱਤੇ ਸਿੱਧ ਜਿਹੜਾ ਅੰਦਰ ਬਣਦਾ, ਅਸਲ ਦੇ ਵਿੱਚ ਇਹਨੂੰ ਸਹਿਜ ਅਵਸਥਾ ਆਖ ਦਿੰਦੇ ਆ। ਅੱਗੇ ਹੁੰਦਾ ਹੈ ਸਹਿਜ ਗਿਆਨ। ਹੁਣ ਸਹਿਜ ਗਿਆਨ ਕੀ ਹੁੰਦਾ ਕਿ ਗੁਰਬਾਣੀ ਦੇ ਵਿੱਚ ਜਿਹੜਾ ਹੈ ਨਾ ਸੁੱਤੇ ਸਿੱਧ ਧਿਆਨ ਲੱਗਦਾ ਹੈਗਾ। ਹੁਣ ਧਿਆਨ ਕਿਹਦੇ ਵੱਲ ਲੱਗਦਾ, ਗੁਰ ਸ਼ਬਦ ਦੇ ਵੱਲ। ਅਤੇ ਜਦੋਂ ਗੁਰ ਸ਼ਬਦ ਦੇ ਵੱਲ ਧਿਆਨ ਲੱਗਦਾ ਹੈਗਾ ਅਤੇ ਉਸ ਧਿਆਨ ਦੇ ਵਿੱਚੋਂ ਜਿਹੜਾ ਸ਼ਬਦ ਦਾ ਭਾਵ ਅੰਦਰ ਪ੍ਰਗਟ ਹੁੰਦਾ ਹੈਗਾ, ਉਸ ਨੂੰ ਅਸੀਂ ਹੈ ਨਾ ਸਹਿਜ ਗਿਆਨ ਆਖ ਦਿੰਦੇ ਹਾਂ। ਸੋ ਇੱਕ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈਗਾ ਕਿ ਭੂਤ। ਹੁਣ ਭੂਤ ਲਫ਼ਜ਼ ਜਿਹੜਾ ਹੈ ਨਾ ਜਦੋਂ ਗੁਰਬਾਣੀ ਦੇ ਵਿੱਚ ਆਉਂਦਾ ਹੈਗਾ, ਇਹਦਾ ਸਿੱਧਾ ਤੌਰ 'ਤੇ ਅਰਥ ਹੁੰਦਾ ਕਿ ਖਾਸ ਕਰਕੇ ਜਿਹਦੀ ਸੁਰਤ ਜਿਹੜੀ ਹੈ ਨਾ ਵਿਕਾਰਾਂ ਦੇ ਵਿੱਚ ਖਿੰਡੀ ਰਹੇ, ਬਸ ਵਿਕਾਰਾਂ ਵਿੱਚ ਖਿੰਡੀ ਹੋਈ ਸੁਰਤ ਨੂੰ ਜਿਹੜਾ ਨਾ ਸਿੱਧੇ ਤੌਰ 'ਤੇ ਭੂਤ ਆਖ ਦਿੰਦੇ ਆ। ਅਤੇ ਇੱਕ ਹੁੰਦੀ ਹੈ ਦੇਵ। ਉਹ ਕੀ ਹੈ ਕਿ ਜਿਹਦੀ ਜਿਹੜੀ ਸੁਰਤ ਹੈਗੀ ਆ ਉਹ ਗੁਣਾਂ ਦੇ ਵਿੱਚ ਚਿਤਵਨ ਕਰਦੀ ਰਹੇ। ਸੋ ਜਿਹੜੀ ਗੁਣਾਂ ਦੇ ਵਿੱਚ ਗੁਣਾਂ ਦੇ ਜੋ ਸ੍ਰੇਸ਼ਟ ਮਹਿਕ ਹੈ, ਖੇੜਾ ਹੈ, ਗੁਣਾਂ ਦੀ ਯਾਦ ਹੈ, ਉਹਨੂੰ ਚਿਤਵਨ ਹੀ ਕਰੇ ਮਨ। ਸੋ ਇਹ ਜਿਹੜੀ ਸੁਰਤ ਹੈਗੀ ਆ ਇਹ ਦੇਵ ਅਖਵਾਉਂਦੀ ਹੈ। ਇਸੇ ਤਰ੍ਹਾਂ ਅਸੀਂ ਗੁਰਬਾਣੀ 'ਚ ਦੇਖਦੇ ਹਾਂ ਕਿ ਇੱਕ ਸ਼ਬਦ ਆਉਂਦਾ ਹੈ ਪ੍ਰੇਮ ਅਤੇ ਸੱਚ। ਹੁਣ ਪ੍ਰੇਮ ਸੱਚ ਕੀ ਹੁੰਦਾ ਹੈਗਾ, ਕਿਉਂਕਿ ਜਿਹੜਾ ਸੱਚ ਦਾ ਪ੍ਰੇਮ ਆ, ਜਿਵੇਂ ਮਹਾਰਾਜ ਨੇ ਕਿਹਾ ਕਿ ਜਿਨ ਪ੍ਰੇਮ ਕੀਓ ਤਿਨ ਹੀ ਪਰ ਪ੍ਰਭ ਪਾਇਓ। ਇਹ ਪ੍ਰੇਮ ਦੀ ਕਿਹੜੀ ਗੱਲ ਕੀਤੀ ਆ, ਇਹ ਉਹ ਪ੍ਰੇਮ ਆ ਜਿਸ ਪ੍ਰੇਮ ਦੇ ਅੰਦਰ ਕਦੇ ਸੋਚ ਨਹੀਂ ਹੁੰਦੀ ਹੈ, ਕਦੇ ਕੋਈ ਸਵਾਲ ਨਹੀਂ ਹੁੰਦਾ ਹੈਗਾ, ਬਿਲਕੁਲ ਮਨ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਫੁਰਨਾ ਨਹੀਂ ਹੈਗਾ, ਕੋਈ ਸੰਕਲਪ ਨਹੀਂ ਹੈ, ਕੋਈ ਲੈਣ ਦੇਣ ਨਹੀਂ ਹੈ। ਮਨ ਅੰਦਰੋਂ ਜਿਹੜਾ ਹੈ ਨਾ ਬਿਲਕੁਲ ਸਾਫ਼ ਹੁੰਦਾ ਹੈਗਾ। ਅਤੇ ਜਿਹੜਾ ਸਾਫ਼ ਮਨ ਹੈ ਨਾ, ਅਤੇ ਸਾਫ਼ ਮਨ ਜਿਹੜਾ ਸੋਚ ਤੋਂ ਰਹਿਤ ਹੁੰਦਾ ਹੈਗਾ, ਬਸ ਉਹਦੇ ਅੰਦਰ ਇੱਕ ਚੀਜ਼ ਬਣਦੀ ਜਿਹਨੂੰ ਅਸੀਂ ਖਿੱਚ ਕਹਿੰਦੇ ਹਾਂ। ਇਹ ਜਿਹੜੀ ਹੈ ਨਾ ਖਿੱਚ ਹੁੰਦੀ ਆ, ਇਹ ਹੀ ਜਿਹੜੀ ਹੈ ਨਾ ਪ੍ਰੇਮ ਅਖਵਾਉਂਦੀ ਹੈ। ਸੋ ਅੱਗੇ ਇੱਕ ਸ਼ਬਦ ਆਉਂਦਾ ਹੈ ਲੜ ਲਾਉਣਾ। ਹੁਣ ਲੜ ਲਾਉਣ ਤੋਂ ਭਾਵ ਕੀ ਹੈ ਕਿ ਪਗਡੰਡੀ 'ਤੇ ਚੱਲਣਾ, ਮਾਰਗ 'ਤੇ ਚੱਲਣਾ ਹੈਗਾ, ਗੁਰ ਉਪਦੇਸ਼ ਨੂੰ ਘੁਮਾਉਣਾ ਹੈਗਾ। ਇਹਦਾ ਭਾਵ ਕੀ ਹੁੰਦਾ, ਇਹਦਾ ਹੁੰਦਾ ਹੈ ਕਿ ਲੜ ਫੜਨਾ, ਲੜ ਲਾਉਣਾ, ਭਾਵ ਕਿ ਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਦੇਣਾ, ਉਹਨਾਂ ਬਚਨਾਂ ਨੂੰ ਘੁਮਾਉਣਾ। ਇਹ ਜਿਹੜੀ ਸਾਰੀ ਗੱਲਬਾਤ ਹੈ ਇਹ ਲੜ ਲਾਉਣਾ ਅਖਵਾਉਂਦੀ ਆ। ਸੋ ਅੱਗੇ ਇੱਕ ਜਿਹੜਾ ਗੁਰਬਾਣੀ 'ਚ ਸ਼ਬਦ ਆਉਂਦਾ ਉਹ ਹੁੰਦਾ ਹੈ ਛਲ। ਇਹ ਜਿਹੜਾ ਛਲ ਦਾ ਭਾਵ ਹੈ ਨਾ, ਇਹਦਾ ਮਤਲਬ ਕੀ ਹੈ ਕਿ ਇਹ ਛਲ ਮਾਇਆ ਦਾ ਇੱਕ ਰੂਪ ਆ। ਹਾਥੀ ਦੇ ਦੰਦਾਂ ਵਰਗਾ ਹੁੰਦਾ ਹੈਗਾ, ਅੰਦਰੋਂ ਹੋਰ ਹੁੰਦਾ ਅਤੇ ਬਾਹਰੋਂ ਹੋਰ ਹੁੰਦਾ। ਬਸ ਇਹ ਜਿਹੜੀ ਚੀਜ਼ ਹੈ ਨਾ ਇਹ ਛਲ ਕਹਾਉਂਦੀ ਆ। ਇੱਕ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈਗਾ ਦਰਵੇਸ਼। ਹੁਣ ਦਰਵੇਸ਼ ਦਾ ਭਾਵ ਕੀ ਆ ਕਿ ਉਹ ਸੰਤ ਮਹਾਤਮਾ, ਉਹ ਮਹਾਂਪੁਰਖ ਜਿਹਦਾ ਜਿਹੜਾ ਉਹ ਜੀਵਨ ਵਾ ਨਾ, ਜਾਂ ਜਿਗਰਾ ਕਹਿ ਲਓ, ਉਹਦੇ ਅੰਦਰ ਜੋ ਗੁਣ ਹੈਗੇ ਆ ਉਹ ਹੁੰਦੇ ਆ ਰੁੱਖਾਂ ਵਰਗੇ, ਬ੍ਰਿਕਸ਼ਾਂ ਵਰਗੇ ਜਿਹਦੇ ਅੰਦਰ ਗੁਣ ਹੋਣ, ਇਹ ਉਸ ਨੂੰ ਅਸੀਂ ਹੈ ਨਾ ਦਰਵੇਸ਼ ਆਖ ਦਿੰਦੇ ਹਾਂ। ਉਹ ਜਿਹੜਾ ਪੁਰਖ ਹੈ ਨਾ ਦਰਵੇਸ਼ ਕਹਾਉਂਦਾ ਕਿ ਜਿਹਦੇ ਅੰਦਰ ਰੁੱਖਾਂ ਵਰਗੇ ਗੁਣ ਆ। ਸੋ ਇੱਕ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਇੱਕ ਰੂਪ ਹੋਣਾ।
ਹੁਣ ਦੇਖੋ ਇੱਕ ਰੂਪ ਹੋਣਾ ਜਿਹੜਾ ਹੈ ਨਾ ਇਹ ਬਹੁਤ ਵੱਡੀ ਗੱਲ ਹੈ। ਜਿਵੇਂ ਗੁਰਬਾਣੀ 'ਚ ਹੈ ਕਿ ਧਨ ਪਰ ਇਹਨਾਂ ਆਖੀਆਂ ਵਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਰ ਕਹੀਏ ਸੋਏ। ਇਹ ਜਿਹੜਾ ਇੱਕ ਰੂਪ ਹੋਣਾ ਇਹ ਕਿਸ ਤਰ੍ਹਾਂ ਹੁੰਦਾ, ਜਿਵੇਂ ਅਖਰੋਟ ਹੋਵੇ ਤੇ ਅਖਰੋਟ ਦੇ ਅੰਦਰ ਉਹਦੀ ਗਿਰੀ ਹੋਵੇ। ਬਸ ਬਾਹਰੋਂ ਦੇਖਣ ਨੂੰ ਜਿਹੜੀ ਹੈ ਨਾ ਉਹ ਅਖਰੋਟ ਹੀ ਲੱਗਦਾ, ਪਰ ਜਦੋਂ ਅਸੀਂ ਭੰਨੀਏ ਅਖਰੋਟ ਜਿਹੜਾ ਹੈਗਾ ਉਹ ਹੋਰ ਨਿਕਲਦਾ, ਉਹਦੇ ਅੰਦਰੋਂ ਜਿਹੜੀ ਗਿਰੀ ਹੁੰਦੀ ਹੈ ਨਾ ਇਹ ਹੋਰ ਨਿਕਲਦੀ ਹੈ। ਬਸ ਇਸ ਤਰ੍ਹਾਂ ਇੱਕ ਰੂਪਤਾ ਹੁੰਦੀ ਆ। ਜਾਂ ਇਉਂ ਕਹਿ ਲਓ ਜਿਵੇਂ ਪਾਣੀ ਦੇ ਵਿੱਚ, ਜਲ ਦੇ ਵਿੱਚ ਬੂੰਦ ਆ ਅਤੇ ਬੂੰਦ ਦੇ ਵਿੱਚ ਪਾਣੀ ਆ, ਅਤੇ ਸੂਰਜ ਦੇ ਅੰਦਰ ਕਿਰਨਾਂ ਅਤੇ ਕਿਰਨ ਦੇ ਅੰਦਰ ਜਿਹੜਾ ਹੈ ਨਾ ਸੂਰਜ ਸਮਾਇਆ ਹੋਇਆ ਹੈ। ਸੋ ਇੱਕ ਸ਼ਬਦ ਜੋ ਗੁਰਬਾਣੀ ਵਿੱਚ ਆਉਂਦਾ ਉਹ ਅਸੀਂ ਕਹਿੰਦੇ ਹਾਂ ਕਿ ਸਿਫਤ ਸਲਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਜਿਹੜੀ ਸਿਫਤ ਸਲਾਹ ਹੁੰਦੀ ਹੈ ਇਹ ਕੀ ਹੁੰਦਾ, ਇਹ ਪਰਮੇਸ਼ਰ ਦੀ ਬਖਸ਼ਿਸ਼ ਦਾ ਜਦੋਂ ਦਰ ਖੁੱਲ੍ਹਦਾ ਹੈ ਨਾ, ਬਸ ਇਸ ਦਰ ਖੁੱਲ੍ਹਣ ਨੂੰ ਅਸੀਂ ਹੈ ਨਾ ਸਿੱਧੇ ਤੌਰ 'ਤੇ ਸਿਫਤ ਸਲਾਹ ਆਖ ਦਿੰਦੇ ਹਾਂ। ਸੋ ਇੱਕ ਸ਼ਬਦ ਹੁੰਦਾ ਹੈਗਾ ਕਿ ਗੁਰਮੰਤਰ, ਅਤੇ ਦੂਸਰਾ ਹੁੰਦਾ ਗੁਰਮੰਤਰ ਦੇਣ ਵਾਲਾ ਜੋ ਵਾਹਿਗੁਰੂ ਹੈ, ਭਾਵ ਜਿਹਦਾ ਅਸੀਂ ਗੁਰਮੰਤਰ ਜਪਦੇ ਹਾਂ। ਹੁਣ ਦੋਨਾਂ ਦਾ ਗੁਰਮੰਤਰ ਦੇਣ ਵਾਲਾ ਜਿਹੜਾ ਸ਼ਬਦ ਗੁਰੂ ਹੈ ਅਤੇ ਗੁਰਮੰਤਰ ਜਿਹਦਾ ਦਿੰਦਾ ਹੈਗਾ, ਇਹਨਾਂ ਦਾ ਆਪਸ ਵਿੱਚ ਸੰਬੰਧ ਇਸ ਤਰ੍ਹਾਂ ਹੁੰਦਾ ਹੈਗਾ ਜਿਵੇਂ ਇੱਕ ਬ੍ਰਿਕਸ਼ ਦਾ ਅਤੇ ਇੱਕ ਫਲ ਦਾ ਸੰਬੰਧ ਹੁੰਦਾ ਹੈ। ਅਤੇ ਇਸੇ ਤਰ੍ਹਾਂ ਗੁਰ ਮੰਤਰ ਦੇਣ ਵਾਲੇ ਸ਼ਬਦ ਦਾ ਜਿਹੜਾ ਗੁਰੂ ਹੈ ਉਹਦਾ ਹੈ, ਅਤੇ ਗੁਰਮੰਤਰ ਦਾਤੇ ਦਾ ਸੰਬੰਧ ਜਿਹੜਾ ਆਪਸ ਵਿੱਚ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਬ੍ਰਿਕਸ਼ ਤਾਂ ਬ੍ਰਿਕਸ਼ ਦੇ ਫਲ ਦਾ ਸੰਬੰਧ ਹੁੰਦਾ। ਇੱਕ ਸ਼ਬਦ ਗੁਰਬਾਣੀ ਵਿੱਚ ਆ ਰਿਹਾ ਹੈ ਤ੍ਰਿਪਤੀ। ਹੁਣ ਤ੍ਰਿਪਤੀ ਜਿਹੜੀ ਚੀਜ਼ ਆ ਇਹ ਕੀ ਹੈ ਕਿ ਇਹਨੂੰ ਅਸੀਂ ਸਿੱਧੇ ਤੌਰ 'ਤੇ ਕਹਿੰਦੇ ਹਾਂ ਜਦੋਂ ਸੰਪੂਰਨ ਰੱਜ ਹੋਵੇ, ਕਿਸੇ ਵੱਲ ਝਾਕਾ ਨਾ ਸਾਡੀ ਬਣੇ, ਜਿਹਨੂੰ ਗੁਰਬਾਣੀ ਜਿਵੇਂ ਕਹਿੰਦੇ ਹੈ ਕਿ ਤਿਲ ਨਾ ਤਮਾਏ ਵਾਲੀ ਜਿਹੜੀ ਅਵਸਥਾ ਹੈ ਨਾ ਉਹ ਤ੍ਰਿਪਤੀ ਕਹਾਉਂਦੀ ਆ। ਇੱਕ ਸ਼ਬਦ ਗੁਰਬਾਣੀ ਵਿੱਚ ਆ ਰਿਹਾ ਹੈ ਨਿਰਵਾਣ ਪਦ। ਨਿਰਵਾਣ ਪਦ ਜਿਹੜਾ ਹੈ ਨਾ ਸ਼ਬਦ ਹੈ ਇਹਦਾ ਭਾਵ ਕੀ ਹੁੰਦਾ ਹੈ ਕਿ ਜਿੱਥੇ ਕੋਈ ਪਕੜ ਨਹੀਂ ਰਹਿ ਜਾਂਦੀ ਆ, ਕਿਸੇ ਚੀਜ਼ ਦਾ ਕੋਈ ਫੁਰਨਾ ਨਹੀਂ ਰਹਿ ਜਾਂਦਾ, ਕੋਈ ਪਕੜ ਨਹੀਂ ਰਹਿ ਜਾਂਦੀ ਹੈ, ਜਿੱਥੇ ਬਿਲਕੁਲ ਬੇਪਰਵਾਹੀ ਆ ਜਾਂਦੀ ਹੈ। ਸੋ ਇਹ ਜਿਹੜੀ ਹੈ ਨਾ ਅਵਸਥਾ ਹੈਗੀ ਇਹ ਵਿਹੰਗਮ ਅਖਵਾਉਂਦੀ ਹੈ, ਪਕੜ ਤੋਂ ਰਹਿਤ ਵਾਲੀ ਅਵਸਥਾ ਅਖਵਾਉਂਦੀ ਹੈ, ਇਹਨੂੰ ਨਿਰਵਾਣ ਪਦ ਆਖ ਦਿੰਦੇ ਆ। ਸੋ ਇੱਕ ਸ਼ਬਦ ਗੁਰਬਾਣੀ ਵਿੱਚ ਆ ਰਿਹਾ ਹੈ ਕਿ ਸਹਿਜ ਧੁਨ। ਹੁਣ ਜਿਹੜੀ ਸਹਿਜ ਧੁਨ ਦੀ ਜੋ ਵਿਚਾਰ ਹੈ ਗੁਰਬਾਣੀ ਵਿੱਚ ਚੱਲਦੀ ਆ, ਇਹਦਾ ਭਾਵ ਕੀ ਹੁੰਦਾ ਕਿ ਆਤਮ ਰਸ ਦੀ ਲਹਿਰ ਜੋ ਸੰਗੀਤ ਵਾਂਗੂ ਲਗਾਤਾਰ ਅਵਿਰਲ ਤੁਰਦੀ ਹੈਗੀ ਆ, ਇਹਨੂੰ ਹੈ ਨਾ ਸਹਿਜ ਧੁਨ ਆਖਦੇ ਹੈ ਕਿ ਆਤਮ ਰਸ ਦੀ ਲਹਿਰ ਜੋ ਸੰਗੀਤ ਵਾਂਗੂ ਲਗਾਤਾਰ ਅਵਿਰਲ ਤੁਰਦੀ ਆ, ਇਹਨੂੰ ਸਹਿਜ ਧੁਨ ਆਖਦੇ ਆ। ਇੱਕ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈਗਾ ਪੁਲ। ਹੁਣ ਜਿਹੜੀ ਪੁਲ ਦੀ ਮਹਿਮਾ ਹੈਗੀ ਆ ਇਹ ਕੀ ਹੈ, ਪੁਲ ਦਾ ਮਤਲਬ ਕੀ ਹੈ ਕਿ ਉਹ ਜੋੜ, ਉਹ ਵਿਚੋਲਾ, ਉਹ ਰਿਸ਼ਤਾ ਜਿਹੜਾ ਜੋ ਵਾਹਿਗੁਰੂ ਜੀ ਨਿਰਗੁਣ ਸਰੂਪ ਹੈ ਨਾ, ਅਤੇ ਉਹਦਾ ਜੋ ਸਰਗਣ ਰੂਪ, ਸਰਗਣ ਗੁਣ ਜੋ ਪ੍ਰਾਣੀ ਹੈਗੇ ਆ ਉਹਨਾਂ ਨੂੰ ਆਪਸ ਵਿੱਚ ਜੋੜਨ ਦਾ ਜੋ ਵਸੀਲਾ ਬਣਦਾ ਹੈਗਾ, ਜੋ ਰਸਤਾ ਹੈਗਾ, ਉਹਨੂੰ ਅਸੀਂ ਹੈ ਨਾ ਪੁਲ ਆਖ ਦਿੰਦੇ ਹਾਂ। ਇਸ ਤਰ੍ਹਾਂ ਹੈ ਨਾ ਸ਼ਬਦ ਇੱਕ ਆਉਂਦਾ ਹੈ ਗੁਰਬਾਣੀ ਵਿੱਚ ਹਉਮੈ। ਹੁਣ ਹਉਮੈ ਜਿਹੜੀ ਚੀਜ਼ ਆ ਹੈ ਨਾ ਇਹ ਤਾਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਹਉਮੈ ਦੀਰਘ ਰੋਗ ਹੈ, ਇਹ ਇੱਕ ਪੁਰਾਣਾ ਰੋਗ ਹੈ। ਸੋ ਹਉਮੈ ਨੂੰ ਕੱਟਣ ਤੋਂ ਭਾਵ ਆਪਾਂ ਇਸ ਤਰ੍ਹਾਂ ਲੈ ਲੈਂਦੇ ਕਿ ਜਦੋਂ ਮਨ ਪੂਰਨ ਤੌਰ 'ਤੇ ਨਿਰਮਲ ਹੋ ਜਾਵੇ, ਭਾਵ ਕੀ ਆ ਮਨ ਪੂਰੀ ਤਰ੍ਹਾਂ ਧੋਤਿਆ ਜਾਵੇ, ਸਾਫ਼ ਹੋ ਜਾਵੇ। ਜਦੋਂ ਮਨ ਪੂਰੀ ਤਰ੍ਹਾਂ ਧੋਤਿਆ ਗਿਆ, ਸਾਫ਼ ਹੋ ਗਿਆ, ਪੂਰਨ ਨਿਰਮਲ ਹੋ ਗਿਆ ਹੈ ਨਾ, ਤਾਂ ਬਸ ਇਹ ਫਿਰ ਹਉਮੈ ਤੋਂ ਰਹਿਤ ਹੋ ਜਾਂਦਾ ਹੈ। ਹਉਮੈ ਦਾ ਮਤਲਬ ਹੀ ਹੈ ਕਿ ਆਪਣੇ ਆਪ ਦਾ ਜੋ ਭਾਵ ਹੈਗਾ ਉਹਨੂੰ ਵਾਹਿਗੁਰੂ ਤੋਂ ਅਲੱਗ ਸਮਝਣਾ। ਇਹ ਜਿਹੜਾ ਸਾਡਾ ਭਾਵ ਹੈ ਕਿ ਆਪਣੇ ਆਪ ਤੋਂ ਪਰਮੇਸ਼ਰ ਨੂੰ ਅਲੱਗ ਸਮਝਣਾ, ਇਹ ਹਉਮੈ ਕਾਰਨ ਹੀ ਹੁੰਦਾ ਹੈ। ਅਤੇ ਜਦੋਂ ਹਉਮੈ ਦਾ ਪਰਦਾ ਜਿਹੜਾ ਹੈ ਨਾ ਉਹ ਪਿੱਛੇ ਹਟ ਜਾਂਦਾ ਹੈ ਤਾਂ ਫਿਰ ਜਿਹੜਾ ਹੈਗਾ ਨਾਮ ਅਤੇ ਨਾਮੀ ਦੋਨੇ ਇੱਕ ਹੋ ਜਾਂਦੇ ਆ। ਸੋ ਇੱਕ ਸ਼ਬਦ ਗੁਰਬਾਣੀ ਵਿੱਚ ਹੈ ਕੀਰਤਨ। ਕੀਰਤਨ ਨਰਮੋਲਕ ਹੀਰਾ। ਕੀਰਤਨ ਜਿਹੜੀ ਹੁੰਦੀ ਇਹ ਹੁੰਦੀ ਹੈ ਵਾਹਿਗੁਰੂ ਦੀ ਉਹ ਉਸਤਤੀ ਜਿਹੜੀ ਕਿਸੇ ਰਾਗ ਦੇ ਵਿੱਚ ਸਿਫਤ ਸਲਾਹ ਦੇ ਰੂਪ ਦੇ ਵਿੱਚ ਗਾਈ ਜਾਵੇ, ਉਹਨੂੰ ਅਸੀਂ ਹੈ ਨਾ ਕੀਰਤਨ ਆਖ ਦਿੰਦੇ ਹਾਂ। ਸੋ ਕੀਰਤਨ ਦੇ ਨਾਲ ਮਨ ਜਿਹੜਾ ਹੈ ਨਾ ਇਹ ਛੇਤੀ ਨਿਰਮਲ ਹੋ ਜਾਂਦਾ, ਅਤੇ ਜਦੋਂ ਮਨ ਛੇਤੀ ਨਿਰਮਲ ਹੋ ਜਾਂਦਾ ਹੈਗਾ ਅਤੇ ਇਹਦੇ ਵਿੱਚ ਜਿਹੜੀ ਇਕਾਗਰਤਾ ਹੈ ਨਾ ਉਹ ਵੀ ਬੜੀ ਛੇਤੀ ਬਣਦੀ ਆ, ਅਤੇ ਇਸ ਇਕਾਗਰਤਾ ਬਣਨ ਦੇ ਨਾਲ ਬਖਸ਼ਿਸ਼ ਦਾ ਦਰ ਜਿਹੜਾ ਹੈ ਨਾ ਬਹੁਤ ਛੇਤੀ ਖੁੱਲ੍ਹਦਾ। ਇਸ ਕਰਕੇ ਕੀਰਤਨ ਨੂੰ ਮਹਾਂਪੁਰਖਾਂ ਨੇ ਮੋਲੇ ਧਰ ਵਰਖਾ ਵੀ ਆਖਿਆ ਹੈਗਾ।
ਸੋ ਇੱਕ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਘਰ ਬਾਹਰ। ਜਿਵੇਂ ਅਸੀਂ ਸ਼ਬਦ ਪੜ੍ਹਦੇ ਘਰ ਬਾਰ ਤੇਰਾ ਪ੍ਰਵਾਸਾ ਤੂੰ ਜਨ ਕੇ ਹੈ ਸੰਗ। ਸੋ ਇੱਥੇ ਇੱਕ ਭਾਵ ਜਿਹੜਾ ਨਾ ਘਰ ਬਾਰ ਦਾ ਹੈਗਾ ਉਹ ਕੀ ਆ ਕਿ ਰਸਨਾ ਦੇ ਨਾਲ ਜਿਹੜਾ ਨਾਮ ਜਪਣਾ ਹੈ ਨਾ, ਇਹ ਬਾਹਰ ਦੀ ਜੁਗਤ ਹੈਗੀ ਆ। ਰਸਨਾ ਦੇ ਨਾਲ ਨਾਮ ਜਪਣਾ ਬਾਹਰ ਦੀ ਜੁਗਤ ਹੈਗੀ ਆ। ਪਰ ਜਿਹੜਾ ਸੁਣਨਾ ਹੈ ਨਾ ਵਾਹਿਗੁਰੂ ਦਾ ਨਾਮ, ਜਿਹੜਾ ਸੁਰਤ ਦੇ ਨਾਲ ਸੁਣਨਾ ਹੈਗਾ, ਇਹ ਕੀ ਆ, ਇਹ ਅੰਦਰ ਦੀ ਜੁਗਤ ਹੈਗੀ ਆ। ਇਹਨੂੰ ਹੈ ਨਾ ਘਰ ਬਾਹਰ ਆਖ ਦਿੰਦੇ ਆ। ਨਾਮ ਜਪਣਾ ਬਾਹਰ ਦੀ ਜੁਗਤ ਅਤੇ ਸੁਰਤ ਨਾਲ ਨਾਮ ਸੁਣਨਾ ਜਿਹੜੀ ਇਹ ਅੰਦਰ ਦੀ ਜੁਗਤ ਆ, ਇਹਨੂੰ ਘਰ ਬਾਹਰ ਆਖ ਦਿੰਦੇ ਆ। ਇਸ ਤਰ੍ਹਾਂ ਇੱਕ ਸ਼ਬਦ ਆਉਂਦਾ ਹੈ ਕੱਚਾ ਭਰੋਸਾ ਗੁਰਬਾਣੀ ਵਿੱਚ। ਹੁਣ ਕੱਚਾ ਭਰੋਸਾ ਕੀ ਆ ਕਿ ਕਿਸੇ ਵੀ ਕਾਰਜ ਦੀ ਸਿੱਧੀ ਵਾਸਤੇ ਜਦੋਂ ਕੋਈ ਪ੍ਰਾਣੀ ਹੱਥ 'ਤੇ ਹੱਥ ਧਰ ਕੇ ਬਹਿ ਜਾਂਦਾ ਅਤੇ ਇਹਨੂੰ ਹੈ ਨਾ ਕੱਚਾ ਭਰੋਸਾ ਆਖਦੇ ਆ। ਅਤੇ ਦੂਸਰਾ ਹੁੰਦਾ ਹੈ ਪੱਕਾ ਭਰੋਸਾ। ਹੁਣ ਪੱਕਾ ਭਰੋਸਾ ਕੀ ਆ ਕਿ ਕਿਸੇ ਵੀ ਕਾਰਜ ਦੀ ਸਿੱਧੀ ਵਾਸਤੇ ਯਤਨ ਸਾਧਨ ਕਰਦੇ ਹੋਏ ਵਾਹਿਗੁਰੂ ਜੀ ਦੇ ਆਸਰੇ ਹੋਣਾ ਹੈ ਨਾ, ਇਹ ਪੱਕਾ ਭਰੋਸਾ ਹੁੰਦਾ ਹੈਗਾ। ਵੀ ਯਤਨ ਵੀ ਕਰੀ ਜਾਣੇ ਹੈਗੇ, ਸਾਧਨ ਵੀ ਨਾਲ ਕਰੀ ਜਾਣੇ, ਅਤੇ ਵਾਹਿਗੁਰੂ ਦੇ ਆਸਰੇ ਵੀ ਹੋਣਾ ਹੈਗਾ। ਇਸ ਨੂੰ ਪੱਕਾ ਭਰੋਸਾ ਆਖਦੇ ਆ। ਸੋ ਇੱਕ ਸ਼ਬਦ ਅਸੀਂ ਗੁਰਬਾਣੀ ਵਿੱਚ ਸਿੱਖ ਸ਼ਬਦ ਬਹੁਤ ਵਾਰੀ ਆਉਂਦਾ ਹੈਗਾ। ਹੁਣ ਸਿੱਖ ਤੋਂ ਭਾਵ ਕੀ ਆ? ਸਿੱਖ ਜਾਣੀ ਉਹ ਇੱਕ ਅੰਤਰ ਆਤਮੇ ਦੀ ਸੁਰਤ ਦੀ ਅੰਦਰ ਕਮਾਈ ਦੀ ਇੱਕ ਐਸੀ ਅਵਸਥਾ ਹੈਗੀ ਆ ਜਿਸ ਨੂੰ ਅਸੀਂ ਕਹਿੰਦੇ ਕਿ ਗੁਰੂ ਦੀ ਸਿੱਖਿਆ 'ਤੇ ਤੁਰਨਾ। ਅਤੇ ਗੁਰੂ ਦੀ ਸਿੱਖਿਆ 'ਤੇ ਤੁਰਨ ਵਾਲੇ ਨੂੰ ਅਸੀਂ ਹੈ ਨਾ ਸਿੱਖ ਆਖ ਦਿੰਦੇ ਆ। ਕਿ ਜਿਹੜਾ ਗੁਰੂ ਦੇ ਸ਼ਬਦਾਂ ਨੂੰ ਸੁਣਦਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਸੁਣਦਾ ਮਨ ਦਾ ਪ੍ਰੇਮ ਕਰਦਾ, ਉਹਨੂੰ ਜੀਵਨ ਦੇ ਵਿੱਚ ਕਮਾਉਂਦਾ, ਅਸਲ 'ਚ ਉਹ ਹੈ ਸਿੱਖ। ਅਤੇ ਪਰ ਇਹ ਜਿਹੜੀ ਸਿੱਖਿਆ ਹੈਗੀ ਆ, ਇਸ ਨੂੰ ਹੈ ਕਪਟ ਦਾ ਹਥਿਆਰ ਨਹੀਂ ਬਣਾਉਂਦਾ ਹੈਗਾ। ਬਸ ਇਹ ਚੀਜ਼ ਜਿਹੜੀ ਅੰਦਰ ਉਹਦੇ ਚਲਾਕੀ ਹੈ ਕਿ ਇਸ ਸਿੱਖਿਆ ਨੂੰ ਕਿਸੇ ਕਪਟ ਦਾ ਹਥਿਆਰ ਦੇ ਵਜੋਂ ਵਰਤਣਾ, ਇਹ ਤੋਂ ਉਹ ਜਿਹੜਾ ਸਿੱਖ ਆ ਨਾ ਪਰੇ ਰਹਿੰਦਾ ਹੈਗਾ। ਇੱਕ ਗੁਰਬਾਣੀ ਵਿੱਚ ਵਿਚਾਰ ਆਉਂਦੀ ਆ ਸ਼ਬਦਾਂ ਦਾ, ਉਹ ਹੁੰਦੀ ਹੈ ਸਮਝ। ਹੁਣ ਇਹ ਜਿਹੜੀ ਸਮਝ ਚੀਜ਼ ਆ ਨਾ, ਇਹ ਕੀ ਹੈ ਕਿ ਵਾਹਿਗੁਰੂ ਦੀ ਸਮਝ ਜਿਹੜੀ ਹੈ ਨਾ ਮਨ ਕਰਕੇ ਨਹੀਂ ਆਉਂਦੀ ਹੈਗੀ। ਮਨ ਬੁੱਧੀ ਕਰਕੇ ਪਰਮੇਸ਼ਰ ਦੀ ਸਮਝ ਨਹੀਂ ਪੈਂਦੀ। ਇਹ ਕੇਵਲ ਉਦੋਂ ਪੈਂਦੀ ਹੈਗੀ ਆ ਜਦੋਂ ਸਾਡੇ ਮਨ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਆ ਜਿਸ ਨੂੰ ਅਨੁਭਵ ਆਖਦੇ ਆ। ਭਾਵ ਕੀ ਆ ਕਿ ਇਹ ਸਮਝ ਆਤਮਾ ਕਰਕੇ ਹੁੰਦੀ ਆ, ਨਾ ਕਿ ਮਨ ਕਰਕੇ ਹੁੰਦੀ। ਸੋ ਜਿਹੜੇ ਗੁਰਮੁਖ ਪਾਉਂਦੀ ਆ, ਜਿਹੜੇ ਸਤਸੰਗ ਰੂਪੀ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰਦੇ ਆ, ਉਹਦੇ ਵਿੱਚ ਖਿੜਦੇ ਰਹਿੰਦੇ ਆ। ਪਰ ਜਿਹੜੇ ਬੇਮੁਖ ਹੁੰਦੇ ਆ, ਉਹ ਜਿਹੜੇ ਮਨਮੁਖ ਹੈਗੇ ਹੈ ਨਾ, ਜਿਹਨਾਂ ਨੂੰ ਅਸੀਂ ਕਹਿੰਦੇ ਆ, ਉਹ ਸੜੇ ਹੋਏ ਪਾਣੀ ਦੀ ਖੇਤੀ ਵਾਂਗੂ ਹੁੰਦੇ ਆ, ਨਕੰਮੇ ਹੁੰਦੇ ਆ। ਭਾਵ ਕੀ ਆ? ਗੁਰਮੁਖ ਉਹ ਪ੍ਰਾਣੀ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੁੰਦਾ, ਅਤੇ ਮਨਮੁਖ ਉਹ ਪ੍ਰਾਣੀ ਹੁੰਦੇ ਆ ਕਿ ਜਿਹੜੇ ਦੀ ਜਿਹੜੀ ਰੁਚੀ ਹੈਗੀ ਉਹ ਕੇਵਲ ਅਤੇ ਕੇਵਲ ਆਪਣੀ ਮਨ ਦੀ ਦੁਨੀਆ ਦੇ ਪਿੱਛੇ ਜਿਹੜੇ ਹੈਗੇ ਆ, ਉਹ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਵਿਸ਼ੇ ਵਿਕਾਰਾਂ ਦਾ ਸੇਵਨ ਭੋਗਣ ਵਾਲੇ ਨੂੰ ਮਨਮੁਖ ਆਖ ਦਿੰਦੇ ਆ। ਇੱਕ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਸਹਿਜ ਯੋਗ। ਹੁਣ ਜਿਹੜਾ ਸਹਿਜ ਯੋਗ ਆ, ਇਹ ਕੀ ਹੈ ਕਿ ਬਿਨਾਂ ਕਿਸੇ ਯਤਨ ਤੋਂ ਵਾਹਿਗੁਰੂ ਦੇ ਵਿੱਚ ਜੁੜੇ ਰਹਿਣਾ, ਇਹ ਸਹਿਜ ਯੋਗ ਜਿਹੜਾ ਹੈ ਇਹ ਸ਼ਬਦ ਅਖਵਾਉਂਦਾ ਹੈਗਾ ਕਿ ਬਿਨਾਂ ਯਤਨ ਤੋਂ ਪਰਮੇਸ਼ਰ ਵਿੱਚ ਮਨ ਖੜਿਆ ਰਹਿੰਦਾ, ਇੱਕ ਮਸਤੀ ਰਹਿੰਦੀ, ਇੱਕ ਹੁਲਾਰਾ ਰਹਿੰਦਾ, ਇੱਕ ਖੁਮਾਰੀ ਰਹਿੰਦੀ ਆ। ਇਹਨੂੰ ਅਸੀਂ ਸਹਿਜ ਯੋਗ ਆਖ ਦਿੰਦੇ ਹਾਂ। ਇੱਕ ਹੁੰਦੀ ਅਮਰੀ ਅਕਲ। ਜਿਹੜੀ ਅਮਰੀ ਅਕਲ ਹੁੰਦੀ ਆ, ਇਹ ਕੀ ਹੁੰਦਾ ਕਿ ਜਦੋਂ ਪ੍ਰਾਣੀ ਸਤਸੰਗ ਦਾ ਜਿਹੜਾ ਹੈ ਨਾ, ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਰੂਪੀ ਸਤਸੰਗ ਦੇ ਵਿੱਚ ਜਾ ਕੇ ਸਤਸੰਗ ਦਾ ਭੌਰਾ ਬਣਦਾ, ਸਤਸੰਗ ਦੀ ਸ਼ਬਦਾਂ ਦੀ ਮਹਿਕ ਨੂੰ ਜਿਹੜਾ ਹੈਗਾ ਉਹ ਜਿਗਿਆਸੂ ਮਾਣਦਾ ਹੈਗਾ। ਸੋ ਉਹਦੇ ਅੰਦਰ ਜਿਹੜੀ ਇੱਕ ਬੁੱਧੀ ਬਣਦੀ ਆ, ਉਸ ਬੁੱਧੀ ਨੂੰ ਅਸੀਂ ਕਹਿੰਦੇ ਹਾਂ ਕਿ ਨਿਸ਼ਚੇ ਵਾਲੀ ਬੁੱਧੀ, ਜਿਹਨੂੰ ਮਹਾਰਾਜ ਨੇ ਕਿਹਾ ਨਿਸ਼ਚੇ ਕਰ ਆਪਣੀ ਜੀਤ ਕਰੋ। ਇਹ ਜਿਹੜੀ ਨਿਸ਼ਚੇ ਵਾਲੀ ਬੁੱਧੀ ਹੁੰਦੀ ਹੈ ਨਾ, ਬਸ ਇਹ ਫਿਰ ਸਮਾਂ ਪਾ ਕੇ ਅਮਰੀ ਅਕਲ ਬਣਦੀ ਹੈ। ਅਮਰੀ ਦਾ ਮਤਲਬ ਆ ਉਹ ਗਿਆਨ ਜਿਹੜਾ ਬਿਲਕੁਲ ਅਮਰ ਹੈ, ਜਿਹਦਾ ਕੋਈ ਤੋੜ ਨਹੀਂ ਹੈ, ਉਹ ਗਿਆਨ ਜਿਹੜਾ ਨਾਸ ਤੋਂ ਰਹਿਤ ਹੁੰਦਾ ਹੈ। ਸੋ ਇੱਕ ਸ਼ਬਦ ਹੈ ਪ੍ਰੇਮ। ਹੁਣ ਜਿਹੜਾ ਪ੍ਰੇਮ ਹੁੰਦਾ ਹੈ ਨਾ, ਇਹ ਪ੍ਰੇਮ ਬੰਧਨ ਰੂਪ ਨਹੀਂ ਹੁੰਦਾ ਹੈਗਾ। ਦਰਅਸਲ ਦੇ ਵਿੱਚ ਪ੍ਰੇਮ ਦਾ ਭਾਵ ਉਹ ਹੁੰਦਾ ਹੈ ਕਿ ਪ੍ਰੇਮ ਇੱਕ ਮੁਕਤੀ ਦਾਤਾ ਹੈਗਾ, ਇਹ ਬੰਧਨ ਨਹੀਂ ਹੈ, ਇੱਕ ਮੁਕਤੀ ਦਾਤਾ ਹੈਗਾ। ਸੋ
ਇਹ ਜੋ ਸ਼ਬਦ ਭਾਵ ਜਿਨ੍ਹਾਂ ਦਾ ਸ਼ਬਦ ਬੋਧ ਗਿਆਨ ਹਰੇਕ ਗੁਰਸਿੱਖ ਨੂੰ ਹੋਣਾ ਬੜਾ ਜ਼ਰੂਰੀ ਆ, ਤਾਂ ਜੋ ਉਹਨੂੰ ਗੁਰਬਾਣੀ ਪੜ੍ਹਨ ਦੇ ਵਿੱਚ ਆਪਣੇ ਗਿਆਨ ਦੇ ਵਿੱਚ ਵਾਧੇ ਕਰਨ ਵਾਸਤੇ ਇਹ ਸ਼ੁਰੂ ਤੋਂ ਹੀ ਇਸ ਗਿਆਨ ਦੀ ਜਿਹੜੀ ਸਹੂਲਤ ਮਿਲ ਸਕੇ, ਤਾਂ ਜੋ ਉਹ ਵਿਚਾਰ ਨੂੰ ਬੜੀ ਸਹਿਜਤਾ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਸਮਝ ਸਕੇ ਅਤੇ ਸਮਝ ਦੇ ਵਿੱਚ ਕਮਾ ਸਕੇ, ਤਾਂ ਇਹਦਾ ਜਿਹੜਾ ਰਸ ਖੇੜਾ ਮਾਣ ਸਕੇ। ਇੰਨੇ ਹੀ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।